महात्मा गांधी ने बचाने की कोशिश नहीं की भगत सिंह नूं मैं शहीद किवें कह ਦਾਂ। देखो ਇਹਦਾ ਮਤਲਬ ਇਹ ਹੈ ਕਿ ਜੇ ਗਾਂਧੀ ਉਹਨਾਂ ਨੂੰ ਅੱਤਵਾਦੀ ਮੰਨਦਾ ਸੀ ਤੇ ਫਿਰ ਤੁਸੀਂ ਗਾਂਧੀ ਦੀ ਵਿਚਾਰਧਾਰਾ ਨੂੰ ਮੰਨਦੇ ਹੋ, ਭਗਤ ਸਿੰਘ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ। ਇੱਕ ਪਾਸੇ ਤੋਂ ਕਹਿੰਦੇ ਕਿ ਇਹ ਗਾਂਧੀਵਾਦ ਜਿਹੜਾ ਹੈ ਇਸ ਨੇ ਦੇਸ਼ ਨੂੰ ਥੱਲੇ ਲਾਇਆ, ਸਾਡੀ ਨੌਜਵਾਨ ਪੀੜ੍ਹੀ ਦਾ ਘਾਣ ਕੀਤਾ। ਦੂਜੇ ਪਾਸੇ ਉਸੇ ਗਾਂਧੀ ਨੂੰ ਅੱਜ ਰਾਹੁਲ ਗਾਂਧੀ ਉਹਨਾਂ ਦਾ ਪੋਤਰਾ ਈਡੀ ਉਹਨੂੰ ਪੁੱਛਗਿੱਛ ਕਰਦੀ ਹੈ ਤੇ ਮਾਨ ਸਾਹਿਬ ਕਹਿੰਦੇ ਬੜਾ ਜੀ ਉਹਨੂੰ ਤਾਂ ਬੜਾ ਤੰਗ ਕੀਤਾ ਜਾ ਰਿਹਾ, ਸਾਡੇ ਨੌਜਵਾਨਾਂ ਦੇ ਤਾਂ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ। ਉਹ ਮਾਨ ਸਾਹਿਬ ਨੂੰ ਭੁੱਲ ਗਏ। ਜੇ ਤਾਂ ਮਾਨ ਸਾਹਿਬ ਸਿਰਫ ਭਗਤ ਸਿੰਘ ਨੂੰ ਕਹਿੰਦੇ ਕਿ ਮੈਂ ਸ਼ਹੀਦ ਨਹੀਂ ਮੰਨਦਾ ਤਾਂ ਉਹ ਇੱਕ ਵੱਖਰਾ ਪਹਿਲੂ ਸੀ, ਲੇਕਿਨ ਉਹਨਾਂ ਨੇ ਤੇ ਬਰਤਾਨੀਆ ਹਕੂਮਤ ਨੂੰ ਜਸਟੀਫਾਈ ਕਰਨਾ ਸ਼ੁਰੂ ਕਰਤਾ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਉਸ ਦੇ ਜਿਹੜੇ ਜਨਰਲ ਡਿਵਾਇਰ ਸਨ ਉਹਨਾਂ ਨੂੰ ਮੇਰੇ ਨਾਨਾ ਰੂੜ ਸਿੰਘ ਨੇ ਸ਼ਾਂਤ ਕੀਤਾ, ਉਹਨਾਂ ਨੂੰ ਸਰੋਪਾ ਦਿੱਤਾ। ਇਹਨਾਂ ਦਾ ਕਹਿਣ ਦਾ ਭਾਵ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੂੰ ਇੰਦਰਾ ਗਾਂਧੀ ਦੇ ਅੱਗੇ ਡੰਡੌਤ ਕਰਨੀ ਚਾਹੀਦੀ ਸੀ, ਉਹਨੂੰ ਸਰੋਪਾ ਦੇ ਦੇਣਾ ਚਾਹੀਦਾ ਸੀ। ਮਾਨ ਸਾਹਿਬ ਕਿਹੋ ਜਿਹੀ ਗੱਲ ਕਰ ਰਹੇ ਨੇ? ਜੇ ਅਕਾਲੀ ਲੀਡਰਸ਼ਿਪ ਵਾਕਿਆ ਹੀ ਰਲੀ ਹੋਈ ਸੀ ਇੰਦਰਾ ਗਾਂਧੀ ਦੇ ਨਾਲ ਤਾਂ ਫਿਰ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਉਂ ਕੀਤਾ? ਇਹਦਾ ਮਤਲਬ ਕਿ ਸਰੋਪਾ ਉਹ ਅਸੀਂ ਬੇਅੰਤ ਸਿੰਘ ਨੂੰ ਵੀ ਦੇਵਾਂਗੇ। ਜਿਹੜਾ ਜ਼ੁਲਮ ਹੈ, ਜ਼ੁਲਮ ਦੇ ਵਿਰੁੱਧ ਤਾਂ ਗੁਰੂ ਸਾਹਿਬ ਨੇ ਲੜਾਈਆਂ ਲੜੀਆਂ। ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੀ ਉਮਰ ਦੇ ਵਿੱਚ, ਕੀ ਉਦੋਂ ਮਾਤਾ ਗੁਜਰੀ ਵੀ ਜਾ ਕੇ ਕਹਿੰਦੇ ਕਿ ਸੂਬਾ ਸਰਹੰਦ ਜੀ ਤੁਸੀਂ ਮਾफ़ ਕਰ ਦਿਓ ਇਹਨਾਂ ਨੂੰ? ਰਲੇ ਹੋਏ ਨਾ ਹੁੰਦੇ ਤਾਂ ਬਲੂ ਸਟਾਰ ਨਾ ਹੁੰਦਾ, ਪਰ ਦੋਸ਼ ਤਾਂ ਇਹ ਵੀ ਲੱਗਦਾ ਹੈ ਨਾ ਜੇ ਰਲੇ ਹੋਏ ਸੀ ਤਾਂ ਹੀ ਤਾਂ ਬਚ ਕੇ ਬਾਹਰ ਨਿਕਲੇ। ਮੈਂ ਇਹੋ ਹੀ ਗੱਲ ਕਹਿ ਰਿਹਾ ਕਿ ਮਾਨ ਸਾਹਿਬ ਵੀ ਉਸੇ ਹਕੂਮਤ ਨੇ ਫੜੇ ਸੀ। ਬਹੁਤ ਸਾਰੇ ਲੋਕਾਂ ਨੂੰ ਡਿਸਪੇਅਰ ਕਰ ਦਿੱਤਾ, ਉਹਨਾਂ ਨੂੰ ਅਣਪਛਾਤੇ ਕਹਿ ਕੇ ਖਤਮ ਕਰ ਦਿੱਤਾ ਗਿਆ। ਭਾਈ ਜਸਵੰਤ ਸਿੰਘ ਖਾਲੜਾ ਵਰਗੇ ਨੂੰ ਫਿਰ ਮਾਨ ਸਾਹਿਬ ਕਿਵੇਂ ਬਚ ਗਏ? ਮੈਂ ਹੁਣ ਕਹਿ ਦਿਆਂ ਕਿ ਮਾਨ ਸਾਹਿਬ ਰਲੇ ਹੋਏ ਸੀ, ਮੈਂ ਕਿਉਂ ਕਵਾਂ? ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਤਰ੍ਹਾਂ ਦੇ ਦੋਸ਼ ਨਹੀਂ ਲਾਉਣੇ ਚਾਹੀਦੇ। 1 ਅਪ੍ਰੈਲ 2002 ਦੀਆਂ ਅਖਬਾਰਾਂ ਕੱਢ ਕੇ ਦੇਖੋ, ਉਹਦੇ ਵਿੱਚ ਮਾਨ ਸਾਹਿਬ ਆਪਣੇ ਦਾਦੇ ਨਾਨੇ ਨੂੰ ਗਦਾਰ ਕਹਿ ਚੁੱਕੇ ਨੇ। 40 ਬੰਦਿਆਂ ਦੀ ਉਹਨਾਂ ਨੇ ਲਿਸਟ ਜਾਰੀ ਕੀਤੀ ਸੀ, ਜਿਹਦੇ ਵਿੱਚ ਦਰਬਾਰਾ ਸਿੰਘ ਉਸ ਵੇਲੇ ਦਾ ਮੁੱਖ ਮੰਤਰੀ, ਬੇਅੰਤ ਸਿੰਘ ਔਰ KP ਗਿੱਲ, ਉਹਦੇ 'ਚ ਰੂੜ ਸਿੰਘ ਦਾ ਨਾਮ ਸਭ ਤੋਂ ਪਹਿਲਾਂ ਸੀ। ਅੱਜ ਮਾਨ ਸਾਹਿਬ ਉਹਨੂੰ ਜਸਟੀਫਾਈ ਇਸ ਕਰਕੇ ਕਰ ਰਹੇ ਨੇ ਕਿ ਉਹਨਾਂ ਦੀ ਸੋਚ ਜਿਹੜੀ ਜਾਂ ਉਦੋਂ ਗਲਤ ਸੀ ਜਾਂ ਹੁਣ ਗਲਤ ਹੈ। ਕਿਹੜੀ ਸੋਚ ਦੀ ਉਹ ਗੱਲ ਕਰਦੇ? ਕਈ ਸਿਰ ਫਿਰੇ ਜਿਹੜੇ ਆ ਉਹ ਅੱਜ ਦਸਤਾਰ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਮਾਨ ਸਾਹਿਬ ਦੀ ਅਸੀਂ ਦਸਤਾਰ ਲਾਵਾਂਗੇ। ਮੈਂ ਉਹਨਾਂ ਨੂੰ ਲਾਹਣਤਾਂ ਪਾਉਣੀਆਂ ਚਾਹੁੰਦਾ ਕਿ ਤੁਸੀਂ ਮਾਨ ਸਾਹਿਬ ਦੀ ਦਸਤਾਰ ਵੱਲ ਵੇਖ ਵੀ ਨਹੀਂ ਸਕਦੇ। ਇਹ ਦਸਮ ਪਿਤਾ ਦੀ ਦਸਤਾਰ ਹੈ, ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਦਸਤਾਰ ਨਹੀਂ ਹੈਗੀ। ਲੇਕਿਨ ਮਾਨ ਸਾਹਿਬ ਇਸ ਪੱਧਰ 'ਤੇ ਬਿਆਨਬਾਜ਼ੀ ਨਾ ਕਰਦੇ। ਅੱਜ ਇਹੋ ਜਿਹੇ ਕੁੱਤੇ ਲੋਕਾਂ ਨੂੰ ਇਹੋ ਜਿਹੀ ਬਿਆਨਬਾਜ਼ੀ ਨਾ ਕਰਨੀ ਪੈਂਦੀ। ਸੰਗਰੂਰ ਤੋਂ ਨਵੇਂ ਚੁਣੇ ਗਏ MP ਸਿਮਰਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਦੇ ਖਿਲਾਫ ਜੋ ਬਿਆਨ ਦਿੱਤਾ ਗਿਆ ਜਾਂ ਭਗਤ ਸਿੰਘ ਨੂੰ, ਸ਼ਹੀਦ ਭਗਤ ਸਿੰਘ ਨੂੰ ਜੋ ਅੱਤਵਾਦੀ ਕਿਹਾ ਗਿਆ, ਤਾਂ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਜ਼ਰੂਰ ਤਿਲਮਿਲਾ ਉੱਠੀ ਹੈ। ਸਿਰਫ ਪੰਜਾਬ ਦੀ ਸਿਆਸਤ ਨਹੀਂ ਸਗੋਂ ਕਿ ਪੂਰੇ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਅਸੀਂ ਕਹਿ ਦਈਏ ਕਿ ਵਿਵਾਦ ਖੜਾ ਹੋ ਚੁੱਕਿਆ। ਲੇਕਿਨ ਅਕਾਲੀ ਦਲ ਦਾ ਕੀ ਸਟੈਂਡ ਹੈ? ਜਦੋਂ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਕੀ ਸਟੈਂਡ ਹੈ? ਹਾਲਾਂਕਿ ਸਿਮਰਜੀਤ ਸਿੰਘ ਮਾਨ ਦੇ ਨਾਨਾ ਜੀ ਦਾ ਰੂੜ ਸਿੰਘ ਦਾ ਜ਼ਿਕਰ ਜ਼ਰੂਰ ਆਉਂਦਾ ਆ ਕਿ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਗਿਆ ਸੀ, ਤਾਂ ਹਾਲਾਂਕਿ ਉਸ ਪੂਰੇ ਮਸਲੇ ਨੂੰ ਦੇਖਦੇ ਅਕਾਲੀ ਦਲ ਕੀ ਕਹਿਣਾ ਚਾਹੁੰਦਾ ਹੈ? ਮੇਰੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਨੇ। ਕਰਨੈਲ ਜੀ, ਇੱਕ ਬਿਆਨ, ਜੇਕਰ ਅਸੀਂ ਭਗਤ ਸਿੰਘ ਦੀ ਗੱਲ ਕਰ ਲਈਏ, ਕੋਈ ਅੱਤਵਾਦੀ ਕਹਿੰਦਾ ਹੈ ਅਧਿਕਾਰਿਕ ਤੌਰ ਤੇ ਸ਼ਹੀਦ ਆਜ਼ਮ ਦਾ ਦਰਜਾ ਨਹੀਂ ਹੈ। ਹਾਲਾਂਕਿ ਬਹੁਤ ਸਾਰੇ ਨੌਜਵਾਨ ਲੋਕ ਪ੍ਰੇਰਨਾ ਲੈਣ ਦੀ ਗੱਲ ਕਰਦੇ ਨੇ। ਅਕਾਲੀ ਦਲ ਦੀ ਗੱਲ ਕਰ ਲਈਏ, ਸ਼ਹੀਦ ਮੰਨਦੇ ਹੋ ਕਿ ਨਹੀਂ ਮੰਨਦੇ ਭਗਤ ਸਿੰਘ? ਦੇਖੋ, ਸ਼ਹੀਦ ਭਗਤ ਸਿੰਘ ਇਕੱਲੇ ਸਾਡੇ ਹੀ ਸ਼ਹੀਦ ਨਹੀਂ, ਪੂਰੇ ਦੇਸ਼ ਦੇ ਸ਼ਹੀਦ ਨੇ ਔਰ ਦੇਸ਼ ਦੁਨੀਆ ਦੇ ਅੰਦਰ ਵੱਸਦੇ ਪੰਜਾਬੀਆਂ ਦੇ ਸ਼ਹੀਦ ਨੇ ਔਰ ਉਹ ਆਜ਼ਾਦੀ ਪਸੰਦ ਲੋਕਾਂ ਦੇ ਸ਼ਹੀਦ ਨੇ। ਸੋ ਉਹਨਾਂ ਨੂੰ ਸ਼ਹੀਦ ਮੰਨਣਾ ਨਾ ਮੰਨਣਾ ਇਹ ਕਿਸੇ ਵਿਅਕਤੀਗਤ ਵਿਸ਼ੇਸ਼ ਦੇ ਉੱਤੇ ਨਹੀਂ ਰਹਿ ਜਾਂਦੀ ਗੱਲ। ਉਹ ਬੜੀ ਵੱਡੀ ਉਹਨਾਂ ਦੀ ਸ਼ਹਾਦਤ ਹੈ। ਉਹਨਾਂ ਦੇ ਚਾਚਾ ਅਜੀਤ ਸਿੰਘ ਨੇ ਬੜੀ ਵੱਡੀ ਕੁਰਬਾਨੀ ਦਿੱਤੀ, ਲੋਰੀਆਂ ਦੇ ਕੇ ਉਹਨਾਂ ਨੂੰ ਜਿਵੇਂ ਮਾਂ ਪਾਲਦੀ ਹੈ ਇਸ ਤਰੀਕੇ ਦੇ ਨਾਲ ਉਹਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਔਰ ਇਸੇ ਤਰ੍ਹਾਂ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਵੱਡੇ ਅੰਦੋਲਨ ਕੀਤੇ। ਔਰ ਭਗਤ ਸਿੰਘ ਨੇ ਆਪਣੀ ਨੌਜਵਾਨ ਜਵਾਨੀ ਦੇ ਵਿੱਚ ਜਿਹੜੀ ਵੱਡੀ ਕੁਰਬਾਨੀ ਦਿੱਤੀ ਔਰ ਇਕੱਲੇ ਉਹ ਇੱਕ ਆਜ਼ਾਦੀ ਦੇ ਪਰਵਾਨੇ ਹੀ ਨਹੀਂ ਸਨ, ਇੱਕ ਇਤਿਹਾਸਕਾਰ ਸਨ ਔਰ ਉਹਨਾਂ ਦੀਆਂ ਲਿਖਤਾਂ, ਉਹਨਾਂ ਦੇ ਜਿਹੜੇ ਵਚਨ ਨੇ ਉਹ ਅੱਜ ਦੁਨੀਆ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਨੇ। ਸ਼੍ਰੋਮਣੀ ਅਕਾਲੀ ਦਲ ਪ੍ਰੇਰਨਾ ਸਰੋਤ ਕਹਿੰਦਾ ਹੈ, ਇੱਕ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੈ ਕਿ ਸ਼ਹੀਦ ਹੈ, ਤੇ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹ ਕਹਿੰਦਾ ਆ। ਹਾਲਾਂਕਿ ਦੋਵੇਂ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਗੀ ਦਾ ਇੱਕ ਜ਼ਰੀਆ ਦੱਸਦੇ ਨੇ, ਸਰੋਤ ਦੱਸਦੇ ਨੇ। ਉਹ ਅੱਤਵਾਦੀ ਕਹਿੰਦਾ ਇਹ ਵੱਖਰੇਵੇਂ ਕਿਉਂ ਆ? ਸਿੱਖ ਕੌਮ ਦੇ ਅੰਦਰ ਇਹ ਵੱਖਰੇਵੇਂ ਕਿਉਂ? ਦੇਖੋ, 2 ਸੰਘਰਸ਼ ਹੋਏ ਨੇ, ਇੱਕ ਆਜ਼ਾਦੀ ਤੋਂ ਪਹਿਲਾਂ ਤੇ ਇੱਕ ਆਜ਼ਾਦੀ ਤੋਂ ਬਾਅਦ। ਜਿਹੜਾ ਬਾਅਦ ਵਾਲਾ ਸੰਘਰਸ਼ ਉਹਨੂੰ ਤਾਂ ਹੀ ਜਸਟੀਫਾਈ ਕਰ ਸਕਦੇ ਹਾਂ ਜੇ ਪਹਿਲੇ ਸੰਘਰਸ਼ ਨੂੰ ਅਸੀਂ ਮਾਨਤਾ ਦੇਵਾਂਗੇ, ਕਿਉਂਕਿ ਉਹ ਅੰਗਰੇਜ਼ਾਂ ਦੇ ਖਿਲਾਫ ਸੀ ਤੇ ਇਹ ਉਹਨਾਂ ਲੋਕਾਂ ਦੇ ਖਿਲਾਫ ਸੀ ਜਿਹੜੇ ਅੰਗਰੇਜ਼ਾਂ ਦੀਆਂ ਲੀਹਾਂ ਦੇ ਉੱਤੇ ਚੱਲ ਕੇ
ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਧਰਮਾਂ ਨੂੰ ਲੜਾਉਂਦੇ ਰਹੇ, ਚਾਹੇ ਉਹ ਕਾਂਗਰਸ ਸੀ, ਚਾਹੇ ਮੌਜੂਦਾ ਸਮੇਂ 'ਚ ਬੀਜੇਪੀ ਹੈ, ਜਾਂ ਜਿਹੜੇ ਵੀ ਲੋਕ ਇੱਥੇ ਇਸ ਦੇਸ਼ ਦੇ ਅੰਦਰ ਹਾਕਮ ਬਣੇ, ਉਹਨਾਂ ਨੇ ਜਿਸ ਤਰੀਕੇ ਨਾਲ ਭਾਰਤੀਆਂ ਦੇ ਉੱਪਰ ਔਰ ਇੱਕ ਫਿਰਕੂ ਜਿਹੜਾ ਜਾਲ ਵਿਛਾਇਆ ਔਰ ਬਹੁਮਤ ਤੇ ਘੱਟ ਗਿਣਤੀਆਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ, ਤੇ ਉਸ ਦੇ ਵਿਰੁੱਧ ਦੇ ਵਿੱਚ ਇੱਕ ਸੰਘਰਸ਼ ਲੜਿਆ ਗਿਆ। ਉਸ ਸੰਘਰਸ਼ ਦੇ ਵਿੱਚ ਬਹੁਤ ਸਾਰੇ ਸਾਡੇ ਨੌਜਵਾਨ ਸ਼ਹੀਦ ਹੋਏ ਔਰ ਉਹਨਾਂ ਨੂੰ ਅਸੀਂ ਸ਼ਹੀਦ ਮੰਨਦੇ। ਉਹਨਾਂ ਦੀਆਂ ਤਸਵੀਰਾਂ ਅਜਾਇਬ ਘਰ 'ਚ ਲੱਗੀਆਂ, ਐਵੇਂ ਹੀ ਭਗਤ ਸਿੰਘ ਦੀ ਤਸਵੀਰ ਵੀ ਅਜਾਇਬ ਘਰ ਦੇ ਵਿੱਚ ਲੱਗੀ ਹੈ। ਸੋ ਸਾਡੇ ਲਈ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਵਾਲੇ ਸ਼ਹੀਦ ਨੇ। ਤੁਸੀਂ ਕਹਿ ਰਹੇ ਹੋ ਆਜ਼ਾਦੀ ਤੋਂ ਪਹਿਲਾਂ ਵਾਲੇ ਵੀ ਸ਼ਹੀਦ ਨੇ, ਆਜ਼ਾਦੀ ਤੋਂ ਬਾਅਦ ਵਾਲੇ ਵੀ ਸ਼ਹੀਦ ਨੇ, ਪਰ ਜਦੋਂ ਵਖਰੇਵੇਂ ਖੜੇ ਹੋ ਜਾਂਦੇ ਨੇ, ਤੁਸੀਂ ਆਜ਼ਾਦੀ ਤੋਂ ਬਾਅਦ ਤੁਸੀਂ ਸ਼ਹੀਦ ਮੰਨਦੇ ਹੋ, ਬਹੁਤੇ ਲੋਕ ਆਜ਼ਾਦੀ ਤੋਂ ਬਾਅਦ ਵਾਲਿਆਂ ਨੂੰ ਸ਼ਹੀਦ ਨਹੀਂ ਮੰਨਦੇ, ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਆ। ਕੁਝ ਤੁਹਾਡੇ ਚੋਂ ਹੀ ਨੇ, ਜਾਂ ਅਸੀਂ ਕਹਿ ਦਈਏ ਕਿ ਜੋ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਨੇ, ਉਹ ਆਜ਼ਾਦੀ ਤੋਂ ਪਹਿਲਾਂ ਵਾਲਿਆਂ ਨੂੰ ਸ਼ਹੀਦ ਨਹੀਂ ਮੰਨਦੇ, ਅੱਤਵਾਦੀ ਕਹਿ ਰਹੇ ਨੇ। ਇਹ ਵਖਰੇਵਿਆਂ ਦਾ ਕਾਰਨ ਕੀ? ਦੇਖੋ, ਜੇ ਤਾਂ ਮਾਨ ਸਾਹਿਬ ਸਿਰਫ ਭਗਤ ਸਿੰਘ ਨੂੰ ਕਹਿੰਦੇ ਕਿ ਮੈਂ ਸ਼ਹੀਦ ਨਹੀਂ ਮੰਨਦਾ ਤਾਂ ਉਹ ਇੱਕ ਵੱਖਰਾ ਪਹਿਲੂ ਸੀ, ਲੇਕਿਨ ਉਹਨਾਂ ਨੇ ਤੇ ਬਰਤਾਨੀਆ ਹਕੂਮਤ ਨੂੰ ਜਸਟੀਫਾਈ ਕਰਨਾ ਸ਼ੁਰੂ ਕਰਤਾ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ, ਉਸ ਦੇ ਜਿਹੜੇ ਜਨਰਲ ਡਿਵਾਇਰ ਸਨ, ਉਹਨਾਂ ਨੂੰ ਮੇਰੇ ਨਾਨਾ ਰੂੜ ਸਿੰਘ ਨੇ ਸ਼ਾਂਤ ਕੀਤਾ, ਉਹਨਾਂ ਨੂੰ ਸਰੋਪਾ ਦਿੱਤਾ। ਇਹਦਾ ਮਤਲਬ ਇਹ ਆ ਕਿ ਅਸੀਂ ਉਦੋਂ ਵੀ ਗਲਤ ਸੀ ਤੇ ਅਸੀਂ ਹੁਣ ਵੀ ਗਲਤ ਹਾਂ, ਤੇ ਜੇ ਹਾਕਮ ਕੋਈ ਸਾਡੇ ਤੇ ਕਾਰਵਾਈ ਕਰਦੇ ਆ ਤੇ ਉਹਨਾਂ ਨੂੰ ਸ਼ਾਂਤ ਕਰਨ ਲਈ ਸਾਨੂੰ ਡੰਡੌਤ ਕਰਨੀ ਚਾਹੀਦੀ, ਉਹਨਾਂ ਦੇ ਥੱਲੇ ਲੱਗਣਾ ਚਾਹੀਦਾ। ਇਹਨਾਂ ਦਾ ਕਹਿਣ ਦਾ ਭਾਵ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੂੰ ਇੰਦਰਾ ਗਾਂਧੀ ਦੇ ਅੱਗੇ ਡੰਡੌਤ ਕਰਨੀ ਚਾਹੀਦੀ ਸੀ, ਉਹਨੂੰ ਸਰੋਪਾ ਦੇ ਦੇਣਾ ਚਾਹੀਦਾ ਸੀ। ਮਾਨ ਸਾਹਿਬ ਕਿਹੋ ਜਿਹੀ ਗੱਲ ਕਰ ਰਹੇ ਨੇ? ਜਿਹੜੀ ਬਾਹਰ ਦੀ ਸ਼ਹੀਦਾਂ ਦੀ ਤੁਸੀਂ ਗੱਲ ਕਰਦੇ ਹੋ, ਉਸ ਦੀ ਅਕਾਲੀ ਲੀਡਰਸ਼ਿਪ ਸੀ ਜਿਹੜੀ, ਉਹਨਾਂ ਦੇ ਵੀ ਸਵਾਲ ਖੜੇ ਕੀਤੇ ਗਏ। ਹਾਲਾਂਕਿ ਇਹੀ ਸਰੋਪੇ ਦੀ ਗੱਲ ਸਿਮਰਜੀਤ ਮਾਨ ਕਹਿੰਦੇ ਨੇ ਕਿ ਜੇ ਸਰੋਪਾ ਪਾ ਦਿੰਦੇ ਇੰਦਰਾ ਗਾਂਧੀ ਨੂੰ ਤਾਂ ਇਹ ਚੀਜ਼ਾਂ ਨਾ ਹੁੰਦੀਆਂ। ਨਹੀਂ, ਦੇਖੋ, ਮਾਨ ਸਾਹਿਬ ਤਾਂ ਕਹਿੰਦੇ ਕਿ ਅਕਾਲੀ ਲੀਡਰਸ਼ਿਪ ਇੰਦਰਾ ਗਾਂਧੀ ਨਾਲ ਰਲੀ ਹੋਈ ਸੀ, ਕਿ ਉਹਨਾਂ ਨੇ ਰਲ ਕੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਰਾਇਆ। ਦੂਜੇ ਪਾਸੇ ਉਹ ਕਹਿ ਰਹੇ ਕਿ ਅਕਾਲੀ ਲੀਡਰਸ਼ਿਪ ਅੜੀ ਰਹੀ ਤੇ ਉਹਨਾਂ ਨੇ ਜੇ ਸਰੋਪਾ ਪਾ ਦਿੰਦੇ, ਇੰਦਰਾ ਗਾਂਧੀ ਨਾਲ ਚੰਗੇ ਸੰਬੰਧ ਬਣਾਈ ਰੱਖਦੇ, ਤੇ ਸ਼ਾਇਦ ਇਹ ਤਾਂ ਆਪਣੇ ਆਪ ਹੀ ਉਹਨਾਂ ਨੇ ਆਪਣੇ ਸਵੈ ਵਿਰੋਧੀ ਬਿਆਨ ਹੈ। ਜੇ ਅਕਾਲੀ ਲੀਡਰਸ਼ਿਪ ਵਾਕਿਆ ਹੀ ਰਲੀ ਹੋਈ ਸੀ ਇੰਦਰਾ ਗਾਂਧੀ ਦੇ ਨਾਲ, ਤਾਂ ਫਿਰ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਉਂ ਕੀਤਾ? ਇਹਦਾ ਮਤਲਬ ਕਿ ਸਰੋਪਾ ਉਹ ਅਸੀਂ ਬੇਅੰਤ ਸਿੰਘ ਨੂੰ ਵੀ ਦੇਵਾਂਗੇ, ਜਿਨੇ ਪੰਜਾਬ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ। ਕੀ ਇਹ ਸਰੋਪਾ KP ਗਿੱਲ ਨੂੰ ਵੀ ਦੇਣਾ ਚਾਹੀਦਾ ਸੀ? ਕੀ ਇਹ ਸਰੋਪਾ ਜਿਹੜੇ ਉਹ ਸੈਣੀ ਵਰਗੇ ਸਨ, ਜਿਹੜੇ DGP, ਉਹਨਾਂ ਨੂੰ ਵੀ ਦੇਣਾ ਚਾਹੀਦਾ ਸੀ? ਜਿਹੜਾ ਜ਼ੁਲਮ ਹੈ, ਜ਼ੁਲਮ ਦੇ ਵਿਰੁੱਧ ਤਾਂ ਗੁਰੂ ਸਾਹਿਬ ਨੇ ਲੜਾਈਆਂ ਲੜੀਆਂ। ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੀ ਉਮਰ ਦੇ ਵਿੱਚ, ਕੀ ਉਦੋਂ ਮਾਤਾ ਗੁਜਰੀ ਵੀ ਜਾ ਕੇ ਕਹਿੰਦੇ ਕਿ ਸੂਬਾ ਸਰਹੰਦ ਜੀ ਤੁਸੀਂ ਮਾਫ ਕਰ ਦਿਓ ਇਹਨਾਂ ਨੂੰ, ਜਾਂ ਇਹਨਾਂ ਦੇ ਨਾਲ ਕੋਈ ਇਹਨਾਂ ਦਾ ਗੱਲ ਨਹੀਂ ਹੈਗੀ? ਸਾਡੇ ਗੁਰੂ ਸਾਹਿਬ ਸਾਡੇ ਪ੍ਰੇਰਨਾ ਸਰੋਤ ਨੇ। ਗੁਰੂ ਸਾਹਿਬ ਸਾਡੇ ਜਿਹੜੇ ਆ, ਉਹਨਾਂ ਦੇ ਵਚਨਾਂ ਦੇ ਉੱਤੇ ਹਰ ਸਿੱਖ ਨੂੰ ਪਹਿਰਾ ਦੇਣਾ ਚਾਹੀਦਾ। ਵੱਖਰੀ ਗੱਲ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਸਾਡੇ ਸਾਰਿਆਂ 'ਚ ਢਲਿਆਈ ਆ ਗਈ ਹੈ, ਤੇ ਲੇਕਿਨ ਮਾਨ ਸਾਹਿਬ ਤਾਂ ਗਾਂਧੀ ਵਾਲੀ ਗੱਲ ਕਰ ਰਹੇ ਆ। ਗਾਂਧੀ ਕੀ ਕਹਿੰਦਾ ਕਿ ਜੇ ਇੱਕ ਚਪੇੜ ਮਾਰਦਾ ਕੋਈ ਤੇ ਤੁਸੀਂ ਗੱਲ ਦੂਜੀ ਵੀ ਕਰ ਦਿਓ ਕਿ ਦੂਜੀ ਵੀ ਖਾ ਲਓ। ਮਾਨ ਸਾਹਿਬ ਉਹੋ ਜਿਹੀ ਗੱਲ ਕਰ ਰਹੇ ਨੇ। ਮਹਾਤਮਾ ਗਾਂਧੀ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਭਗਤ ਸਿੰਘ ਨੂੰ ਮੈਂ ਸ਼ਹੀਦ ਕਿਵੇਂ ਕਹਿ ਦਾਂ? ਦੇਖੋ, ਇਹਦਾ ਮਤਲਬ ਇਹ ਆ ਕਿ ਜੇ ਗਾਂਧੀ ਉਹਨਾਂ ਨੂੰ ਅੱਤਵਾਦੀ ਮੰਨਦਾ ਸੀ ਤੇ ਫਿਰ ਤੁਸੀਂ ਗਾਂਧੀ ਦੀ ਵਿਚਾਰਧਾਰਾ ਨੂੰ ਮੰਨਦੇ ਹੋ, ਭਗਤ ਸਿੰਘ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ। ਮਾਨ ਸਾਹਿਬ ਇਹ ਵੀ ਗੱਲ ਕਹਿਣ, ਇੱਕ ਪਾਸੇ ਤੋਂ ਕਹਿੰਦੇ ਕਿ ਇਹ ਗਾਂਧੀਵਾਦ ਜਿਹੜਾ ਹੈ ਇਸ ਨੇ ਦੇਸ਼ ਨੂੰ ਥੱਲੇ ਲਾਇਆ, ਸਾਡੀ ਨੌਜਵਾਨ ਪੀੜ੍ਹੀ ਦਾ ਘਾਣ ਕੀਤਾ। ਦੂਜੇ ਪਾਸੇ ਉਸੇ ਗਾਂਧੀ ਨੂੰ ਅੱਜ ਰਾਹੁਲ ਗਾਂਧੀ ਉਹਨਾਂ ਦਾ ਪੋਤਰਾ ED ਉਹਨੂੰ ਪੁੱਛਗਿੱਛ ਕਰਦੀ ਹੈ, ਤੇ ਮਾਨ ਸਾਹਿਬ ਕਹਿੰਦੇ ਬੜਾ ਜੀ ਉਹਨੂੰ ਤਾਂ ਬੜਾ ਤੰਗ ਕੀਤਾ ਜਾ ਰਿਹਾ, ਤੇ ਇੱਥੇ ਸਾਡੇ ਨੌਜਵਾਨਾਂ ਨੂੰ ਤਾਂ ਪੁੱਠੇ ਲਟਕਾਇਆ ਗਿਆ, ਸਾਡੇ ਨੌਜਵਾਨਾਂ ਦੇ ਤਾਂ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ। ਉਹ ਮਾਨ ਸਾਹਿਬ ਨੂੰ ਭੁੱਲ ਗਏ? ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਆ? ਬਲੂ ਸਟਾਰ ਤੇ ਵਿਸਾਖੀ ਦਾ ਜੋ ਜਲਿਆਂਵਾਲੇ ਬਾਗ ਦਾ ਸਾਕਾ, ਉਹ ਤੁਲਨਾ ਇਸ ਤਰੀਕੇ ਨਾਲ ਕਰਦੇ ਨੇ। ਕਹਿੰਦੇ ਉਹ ਜਦੋਂ ਵਿਸਾਖੀ ਵਾਲਾ ਸਾਕਾ ਹੋਇਆ ਜਲਿਆਂਵਾਲੇ ਬਾਗ ਦਾ, ਉਦੋਂ ਹਥਿਆਰ ਇੰਨੇ ਆਧੁਨਿਕ ਨਹੀਂ ਸੀ, ਤਾਂ ਉਦੋਂ ਜਿਹੜਾ ਕਿ ਕੰਟਰੋਲ ਨਹੀਂ ਹੁੰਦਾ ਸੀ ਹਥਿਆਰਾਂ ਉੱਪਰ, ਤੇ ਹੋ ਸਕਦਾ ਸੀ ਕਿ ਬੰਬਾਰੀ ਜਿਹੜੀ ਕਿ ਉਹ ਦਰਬਾਰ ਸਾਹਿਬ ਤੇ ਹੋ ਸਕੇ। ਉਹਨੂੰ ਰੋਕਣ ਦੇ ਲਈ ਮੇਰੇ ਨਾਨੇ ਨੇ ਸਰੋਪਾ ਦਿੱਤਾ। ਇਹ ਆ ਕਿ ਕੋਈ ਜ਼ੁਲਮ ਕਰ ਰਿਹਾ, ਤੁਹਾਡੇ ਉੱਤੇ ਹਮਲਾ ਕਰ ਰਿਹਾ, ਤਾਂ ਤੁਸੀਂ ਉਹਦਾ ਫਿਰ ਮਾਨ ਸਾਹਿਬ ਦੇ ਮੁਤਾਬਕ ਇੱਕੋ ਹੀ ਹੱਲ ਹੈ ਕਿ ਤੁਸੀਂ ਹੱਥ ਜੋੜ ਕੇ ਸਾਰਾ ਪਰਿਵਾਰ ਜਾਂ ਸਾਰੀ ਕੌਮ ਜਾਂ ਸਾਰਾ ਸਮਾਜ ਉਹਦੇ ਅੱਗੇ ਹੱਥ ਜੋੜ ਲਓ ਜਾਬਰ ਦੇ ਅੱਗੇ, ਤੇ ਤੁਸੀਂ ਉਹਨੂੰ ਅੱਗੇ ਸਰੈਂਡਰ ਕਰ ਦਿਓ, ਤਾਂ ਫਿਰ ਤਾਂ ਤੁਹਾਡੀ ਉਹ ਜਾਨ ਬਖਸ਼ ਸਕਦਾ, ਫਿਰ ਤੁਹਾਡੇ ਤੋਂ ਹਮਲਾ ਨਹੀਂ ਕਰੇਗਾ। ਜੇ ਤੁਸੀਂ ਹਮਲੇ ਤੋਂ ਬਚਣਾ ਤੇ ਤੁਹਾਨੂੰ ਮਾਨ ਸਾਹਿਬ ਦਾ ਪੈਂਤੜਾ ਮੰਨਣਾ ਪਵੇਗਾ। ਇਹ ਕਿਹੋ ਜਿਹੀ ਆਧਾਰ ਨੇ? ਮੈਂ ਆਪਣੇ ਆਪ 'ਚ ਹੀ ਸਵਾਲ ਹੈ ਕਿ ਬੇਅੰਤ ਸਿੰਘ ਸਤਵੰਤ ਸਿੰਘ ਨੇ, ਜਿਹੜੇ ਉਹਨਾਂ ਦੇ ਅੰਗ ਰੱਖਿਅਕ ਸਨ, ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਉਂ ਮਾਰਿਆ? ਜਰਨਲ ਵੈਦਿਆ ਨੂੰ ਜਿਹੜਾ ਮੌਤ ਦਾ ਸ਼ਿਕਾਰ ਕਿਉਂ ਹੋਣਾ ਪਿਆ? ਕਿਉਂਕਿ ਸਿੱਖਾਂ ਦੇ ਅੰਦਰ ਗੁੱਸਾ ਸੀ, ਤੇ ਉਹ ਇਹ ਰਿਟੈਲੀਏਸ਼ਨ ਹੁੰਦੀ ਹੈ। ਰਿਟੈਲੀਏਸ਼ਨ ਦੇ ਵਿੱਚ ਕੁਝ ਗਲਤ ਵੀ ਹੋ ਜਾਂਦਾ, ਲੇਕਿਨ ਉਸ ਚੀਜ਼ ਨੂੰ ਜਸਟੀਫਾਈ ਕਰਨ ਲਈ ਆਪਣੇ ਨਾਨਾ ਨੂੰ ਕਲੀਨ ਚਿੱਟ ਦੇਣ ਲਈ ਮਾਨ ਸਾਹਿਬ ਦਾ ਅਨੋਖਾ ਹੀ ਇੱਕ ਤਰੀਕਾ ਹੈਗਾ। ਸਿੱਖਾਂ 'ਚ ਗੁੱਸਾ ਸੀ, ਸਿੱਖਾਂ 'ਚ ਗੁੱਸਾ ਬਲੂ ਸਟਾਰ ਦਾ ਅੱਜ ਵੀ ਹੈ। ਤੁਸੀਂ ਕਿਹਾ ਸਾਡੇ ਤੇ ਅਕਾਲੀ ਦਲ ਤੇ ਵੀ ਦੋਸ਼ ਲਾਉਂਦੇ ਨੇ ਮਾਨ ਸਾਹਿਬ ਕਿ ਰਲੇ ਹੋਏ ਨੇ,
ਇਹ ਰਲੇ ਹੋਏ ਨਾ ਹੁੰਦੇ ਤਾਂ ਬਲੂ ਸਟਾਰ ਨਾ ਹੁੰਦਾ। ਪਰ ਦੋਸ਼ ਤਾਂ ਇਹ ਵੀ ਲੱਗਦਾ ਹੈ ਨਾ, ਜੇ ਰਲੇ ਹੋਏ ਸੀ ਤਾਂ ਹੀ ਤਾਂ ਬਚ ਕੇ ਬਾਹਰ ਨਿਕਲੇ। ਮੈਂ ਇਹੋ ਹੀ ਗੱਲ ਕਹਿ ਰਿਹਾ ਕਿ ਮਾਨ ਸਾਹਿਬ ਵੀ ਉਸੇ ਹਕੂਮਤ ਨੇ ਫੜੇ ਸੀ। ਬਹੁਤ ਸਾਰੇ ਲੋਕਾਂ ਨੂੰ ਡਿਸਪੇਅਰ ਕਰ ਦਿੱਤਾ, ਉਹਨਾਂ ਨੂੰ ਅਣਪਛਾਤੇ ਕਹਿ ਕੇ ਖਤਮ ਕਰ ਦਿੱਤਾ ਗਿਆ। ਭਾਈ ਜਸਵੰਤ ਸਿੰਘ ਖਾਲੜਾ ਵਰਗੇ ਨੂੰ ਫਿਰ ਮਾਨ ਸਾਹਿਬ ਕਿਵੇਂ ਬਚ ਗਏ? ਇਹ ਕੋਈ ਗੱਲ ਨਹੀਂ। ਇਹ ਉਹਨਾਂ ਨਾਲ ਰਲੇ ਨਹੀਂ, ਮੈਂ ਇਹ ਗੱਲ ਕਹਿਣਾ ਕਿ ਇਹ ਸਾਡੇ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਬਣਿਆ। ਅਸੀਂ ਕਿਸੇ ਨੂੰ ਵੀ ਨਿੰਦਣ ਲੱਗੇ, ਮੈਂ ਹੁਣ ਕਹਿ ਦਿਆਂ ਕਿ ਮਾਨ ਸਾਹਿਬ ਰਲੇ ਹੋਏ ਸੀ, ਮੈਂ ਕਿਉਂ ਕਵਾਂ? ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਤਰ੍ਹਾਂ ਦੇ ਦੋਸ਼ ਨਹੀਂ ਲਾਉਣੇ ਚਾਹੀਦੇ। ਜਿਵੇਂ ਮਾਨ ਸਾਹਿਬ ਅੱਜ ਆਪਣੇ ਨਾਨਾ ਜੀ ਨੂੰ ਜਸਟੀਫਾਈ ਕਰ ਰਹੇ ਨੇ, ਇਹ ਉਹਨਾਂ ਦਾ ਤਰੀਕਾ ਗਲਤ ਹੈ। ਕਿਉਂਕਿ ਇਸ ਤੋਂ ਪਹਿਲਾਂ ਮਾਨ ਸਾਹਿਬ 2002 ਦੇ ਵਿੱਚ 1 ਅਪ੍ਰੈਲ 2002 ਦੀਆਂ ਅਖਬਾਰਾਂ ਕੱਢ ਕੇ ਦੇਖੋ, ਉਹਦੇ ਵਿੱਚ ਮਾਨ ਸਾਹਿਬ ਆਪਣੇ ਦਾਦੇ ਨਾਨੇ ਨੂੰ ਗਦਾਰ ਕਹਿ ਚੁੱਕੇ ਨੇ, ਗਦਾਰ ਲਾਣ ਚੁੱਕੇ ਨੇ। 40 ਬੰਦਿਆਂ ਦੀ ਉਹਨਾਂ ਨੇ ਲਿਸਟ ਜਾਰੀ ਕੀਤੀ ਸੀ, ਜਿਹਦੇ ਵਿੱਚ ਦਰਬਾਰਾ ਸਿੰਘ ਉਸ ਵੇਲੇ ਦਾ ਮੁੱਖ ਮੰਤਰੀ, ਬੇਅੰਤ ਸਿੰਘ ਔਰ KP ਗਿੱਲ ਔਰ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਸਨ ਜਿਨ੍ਹਾਂ ਨੂੰ ਇਹਨਾਂ ਨੇ ਗਦਾਰ ਐਲਾਨਿਆ ਸੀ। ਉਹਦੇ 'ਚ ਰੂੜ ਸਿੰਘ ਦਾ ਨਾਮ ਸਭ ਤੋਂ ਪਹਿਲਾਂ ਸੀ। ਫਿਰ ਉਹਦੀ ਮਾਫੀ ਮੰਗੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਿ ਰੂੜ ਸਿੰਘ ਮੇਰੇ ਨਾਨਾ ਸੀ, ਅੱਜ ਮੈਂ ਇਕੱਲਾ ਜਿੰਦਾ ਤੇ ਮੈਂ ਆਪਣੇ ਪਰਿਵਾਰ ਵੱਲੋਂ ਮਾਫੀ ਮੰਗਦਾ ਕਿ ਉਹਨੇ ਬੜਾ ਗੁਨਾਹ ਕੀਤਾ ਸੀ, ਕਿ ਉਹਨੇ ਜਨਰਲ ਅਡਵਾਇਰ ਜਿਹਨੇ ਜਲ੍ਹਿਆਂਵਾਲੇ ਬਾਗ ਦੇ ਉੱਤੇ ਹਮਲਾ ਕੀਤਾ ਸੀ ਉਹਨੂੰ ਸਰੋਪਾ ਦਿੱਤਾ। ਅੱਜ ਮਾਨ ਸਾਹਿਬ ਉਹਨੂੰ ਜਸਟੀਫਾਈ ਇਸ ਕਰਕੇ ਕਰ ਰਹੇ ਨੇ ਕਿ ਉਹਨਾਂ ਦੀ ਸੋਚ ਜਿਹੜੀ ਜਾਂ ਉਦੋਂ ਗਲਤ ਸੀ ਜਾਂ ਹੁਣ ਗਲਤ ਹੈ। ਕਿਹੜੀ ਸੋਚ ਦੀ ਉਹ ਗੱਲ ਕਰਦੇ ਨੇ? ਸੋਚ ਦੀ ਗੱਲ ਕਰਦੇ ਹੋ, ਸੋਚ ਗਲਤ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਮਾਨ ਸਾਹਿਬ ਪ੍ਰੋਟੈਕਟ ਕਰਦੇ ਜਾਂ ਡਿਫੈਂਸ ਕਰਦੇ ਨਜ਼ਰ ਆਉਂਦੇ ਨੇ, ਹਾਲਾਂਕਿ ਤੁਹਾਨੂੰ ਨਹੀਂ ਲੱਗਦਾ ਵੀ ਉਹ ਸ਼ਬਦ ਜਿਹੜੇ ਚੁਣੇ ਜਾ ਰਹੇ ਨੇ, ਜਿਸ ਤਰੀਕੇ ਨਾਲ ਅੱਤਵਾਦੀ ਕਿਹਾ ਜਾ ਰਿਹਾ, ਜਿਸ ਤਰੀਕੇ ਨਾਲ ਕਹਿੰਦੇ ਨੇ ਮੈਂ ਮਾਫੀ ਨਹੀਂ ਮੰਗਦਾ, ਮੈਂ ਸ਼ਹੀਦ ਨਹੀਂ ਮੰਨਦਾ, ਤੁਸੀਂ ਕਹਿ ਰਹੇ ਹੋ ਖੁਦ ਆਪਣੇ ਨਾਨੇ ਨੂੰ ਗਦਾਰ ਕਿਹਾ, ਇਹ 20 ਸਾਲਾਂ 'ਚ ਸ਼ਬਦਾਂ 'ਚ ਬਹੁਤ ਵੱਡਾ ਫੇਰਬਦਲ ਹੈ। ਨਹੀਂ, ਮੈਂ ਇਹ ਗੱਲ ਕਹਿਣਾ ਕਿ ਮਾਨ ਸਾਹਿਬ ਨੂੰ ਪੁੱਛੋ ਤੁਸੀਂ ਕਿ ਉਹਨਾਂ ਦੀ ਕੀ ਮਜਬੂਰੀ ਹੈ। ਉਹ ਇੰਦਰਾ ਗਾਂਧੀ ਦੀ ਤੁਲਨਾ ਜਨਰਲ ਅਡਵਾਇਰ ਨਾਲ ਕਰ ਸਕਦੇ ਨੇ ਜ਼ੁਲਮ ਦੇ ਤੌਰ ਤੇ ਇਹ ਤੁਲਨਾ ਕਰਨੀ ਕਿ ਜਨਰਲ ਅਡਵਾਇਰ ਨੂੰ ਜਿਵੇਂ ਮੇਰੇ ਨਾਨੇ ਨੇ ਸ਼ਾਂਤ ਕੀਤਾ, ਉਹਦਾ ਦਿਮਾਗ ਸ਼ਾਂਤ ਕੀਤਾ, ਇਵੇਂ ਇੰਦਰਾ ਗਾਂਧੀ ਦਾ ਵੀ ਦਿਮਾਗ ਸ਼ਾਂਤ ਕੀਤਾ ਜਾ ਸਕਦਾ ਹੈ। ਸਾਡੇ ਸਮੁੱਚੇ ਸੰਘਰਸ਼ ਦੇ ਉੱਤੇ ਪ੍ਰਸ਼ਨ ਚਿੰਨ੍ਹ ਨੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ, ਭਾਈ ਅਮਰੀਕ ਸਿੰਘ ਜੀ ਨੇ, ਜਨਰਲ ਸ਼ਬੇਗ ਸਿੰਘ ਜੀ ਨੇ ਇਹ ਜਿਹੜੀ ਲੜਾਈ ਲੜੀ ਆਮੋ ਸਾਹਮਣੇ, ਜਿਹਦੇ ਵਿੱਚ ਉਹਨਾਂ ਨੂੰ ਸ਼ਹੀਦ ਮੰਨਿਆ ਗਿਆ ਔਰ ਖੁਦ ਮਾਨ ਸਾਹਿਬ ਉਹਨਾਂ ਨੂੰ ਸ਼ਹੀਦ ਮੰਨਦੇ ਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ। ਦੂਜੇ ਪਾਸੇ ਭਗਤ ਸਿੰਘ ਨੂੰ ਜਦੋਂ ਅੱਤਵਾਦੀ ਕਹਿੰਦੇ ਨੇ ਤਾਂ ਜਿਹੜੇ ਲੋਕ ਸੰਤ ਭਿੰਡਰਾਂ ਵਾਲੇ ਨੂੰ ਅੱਤਵਾਦੀ ਕਹਿੰਦੇ ਆ, ਇਹਦਾ ਮਤਲਬ ਇਹ ਆ ਕਿ ਮਾਨ ਸਾਹਿਬ ਤੇ ਉਹਨਾਂ ਦੀ ਸੋਚ ਨੂੰ ਕਿੱਥੇ ਅਸੀਂ ਦੇਖੀਏ। ਇਸ ਤਰੀਕੇ ਦੇ ਨਾਲ ਕਹਿੰਦੇ ਭਗਤ ਸਿੰਘ ਨੇ ਕਤਲ ਕੀਤਾ ਚੰਨਣ ਸਿੰਘ ਦਾ ਹੈ, ਤੇ ਜਿਹੜਾ ਕਤਲ ਕਰਦਾ ਇੱਕ ਅਧਿਕਾਰੀ ਦਾ ਹੈ ਜਾਂ ਇੱਕ ਮੁਲਾਜ਼ਮ ਦਾ, ਉਹ ਅੱਤਵਾਦੀ। ਸਾਡੇ ਬਹੁਤ ਸਾਰੇ ਅੰਮ੍ਰਿਤਧਾਰੀ ਸਿੰਘ, ਸਾਡੇ ਸਾਥੀ ਜਿਹੜੇ ਫੈਡਰੇਸ਼ਨ ਦੇ ਵਿੱਚ ਸਨ, ਉਹ ਮੌਜੂਦਾ ਸੰਘਰਸ਼ ਦੇ ਵਿੱਚ ਆਪਣਿਆਂ ਦੇ ਕੋਲ ਹੀ ਮਾਰੇ ਗਏ। ਭਾਈ ਹਰਮਿੰਦਰ ਸਿੰਘ ਸੰਧੂ, ਭਾਈ ਸੁਖਵੰਤ ਸਿੰਘ ਅੱਕਾਂ ਵਾਲੀ, ਭਾਈ ਭੁਪਿੰਦਰ ਸਿੰਘ ਲੌਂਗੀਆ, ਭਾਈ ਸੁਖਰਾਜ ਸਿੰਘ ਰਟੌਲ, ਪਤਾ ਨਹੀਂ ਕਿੰਨੇ ਕੁ ਨੌਜਵਾਨ ਜਿਹੜੇ ਆ ਸਾਡੇ ਆਪਣੇ ਹੱਥੋਂ ਹੀ ਗਲਤਫਹਿਮੀਆਂ ਦਾ ਸ਼ਿਕਾਰ ਹੋ ਕੇ ਮਾਰੇ ਗਏ। ਕੀ ਉਹ ਮਤਲਬ ਕਿ ਅਸੀਂ ਇਹ ਗੱਲ ਕਹੀਏ ਕਿ ਉਹ ਅੱਤਵਾਦੀ ਸਨ ਤਾਂ ਉਹਨਾਂ ਨੇ ਮਾਰ ਦਿੱਤਾ? ਇਹ ਨਹੀਂ ਗੱਲਾਂ ਹੁੰਦੀਆਂ ਨੇ, ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕਿੱਦਾਂ ਦੀਆਂ ਤੁਹਾਨੂੰ ਕੀ ਲੱਗਦਾ ਜਿਹੜੇ ਬਿਆਨ ਨੇ, ਜਿਹੜੇ ਬੋਲ ਨੇ ਮਾਨ ਸਾਹਿਬ ਦੇ ਬੋਲ ਨੇ, ਉਹ ਆਪਦੇ ਨਹੀਂ ਹੈਗੇ? ਮਾਨ ਸਾਹਿਬ ਨੂੰ ਮੌਜੂਦਾ ਸਮੇਂ ਦੇ ਵਿੱਚ ਜੋ ਜ਼ੁਲਮ ਹੋਇਆ ਸਿੱਖ ਕੌਮ ਦੇ ਉੱਪਰ, ਉਹਦੇ ਨਾਲ ਖੜਨਾ ਚਾਹੀਦਾ। ਜੋ ਪੰਜਾਬ ਦੀ ਧਰਤੀ ਦੇ ਉੱਤੇ ਬੇਇਨਸਾਫੀਆਂ ਹੋ ਰਹੀਆਂ, ਉਹਦੇ ਨਾਲ ਖੜਨਾ ਚਾਹੀਦਾ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇਹ ਜਿਹੜੀ ਸਾਡੀ ਨੌਜਵਾਨ ਪੀੜ੍ਹੀ, ਉਹਨੂੰ ਕਨਫਿਊਜ਼ ਨਹੀਂ ਕਰਨਾ ਚਾਹੀਦਾ। ਉਹ ਆਪਦੇ ਨੇ ਜਾਂ ਕਿਸੇ ਹੋਰ ਦੇ ਲੱਗ ਨਹੀਂ। ਵੇਖੋ, ਇਹ ਕਿਵੇਂ ਕਹਾਂਗੇ ਕਿ ਉਹ IPS ਰਹੇ ਨੇ, ਟੌਪਰ ਰਹੇ ਨੇ, 골ਡ ਮੈਡਲਿਸਟ ਰਹੇ ਨੇ, ਮੈਂਬਰ ਪਾਰਲੀਮੈਂਟ 3 ਵਾਰ ਬਣੇ ਨੇ, SGPC ਦੇ ਮੈਂਬਰ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, ਸਾਡੇ ਸਤਿਕਾਰਯੋਗ ਨੇ, ਬਜ਼ੁਰਗ ਆਗੂ ਨੇ। ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਮਨੁੱਖ ਜਿਹੜਾ ਗਲਤੀ ਦਾ ਪੁਤਲਾ, ਕਈ ਵਾਰੀ ਸਾਡੇ ਜਿਹੜੇ ਸ਼ਬਦ ਨੇ ਉਹ ਸ਼ਬਦ ਜਿਹੜੇ ਆ ਉਹ ਇਤਿਹਾਸ ਦਾ ਹਿੱਸਾ ਬਣ ਜਾਂਦੇ ਨੇ। ਇਹੋ ਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਕਿ ਕੱਲ੍ਹ ਨੂੰ ਇਤਿਹਾਸ ਦਾ ਹਿੱਸਾ ਬਣ ਜਾਂਦੇ ਨੇ। ਪਰ ਅਕਾਲੀ ਦਲ ਨਾਲ ਤਾਂ ਉਹਨਾਂ ਦੀ ਵੈਸੇ ਹੀ ਜੇ ਕਹਿ ਦਈਏ ਕਿ ਸਾਂਝ ਨਹੀਂ ਹੈਗੀ ਬਹੁਤੀ ਚੰਗੀ। ਬੇਸ਼ੱਕ ਸਾਂਝੇ ਉਮੀਦਵਾਰ ਹੋਣ ਦੀ ਗੱਲਾਂ ਕਰਦੇ ਸੀਗੇ। ਇੱਕ ਚਿੱਠੀ ਅਕਾਲੀ ਦਲ ਨੇ ਸੰਗਰੂਰ ਲੋਕ ਸਭਾ ਚੋਣਾਂ 'ਚ ਲਿਆਂਦੀ, ਇੱਕ ਚਿੱਠੀ ਉਹ ਲੈ ਕੇ ਆ ਗਏ। ਉਹ ਆਪਦੇ ਆਪ ਨੂੰ ਪੰਥ ਦਾ ਨੁਮਾਇੰਦਾ ਕਹਿੰਦੇ, ਅਕਾਲੀ ਦਲ ਆਪਦੇ ਆਪ ਨੂੰ ਕਹਿੰਦਾ। ਦੇਖੋ, ਲੋਕਾਂ ਨੇ ਉਹਨਾਂ ਨੂੰ ਬਣਾਤਾ ਮੈਂਬਰ ਪਾਰਲੀਮੈਂਟ। ਉਹਨਾਂ ਨੇ ਐਲਾਮਾ ਦਿੱਤਾ ਸੀ ਕਿ ਕੌਮ ਮੇਰਾ ਸਾਥ ਨਹੀਂ ਦਿੰਦੀ। ਹੁਣ ਕੌਮ ਨੇ ਤਾਂ ਸਾਥ ਦਿੱਤਾ, ਪਰ ਕੌਮ ਦੇ ਸੰਘਰਸ਼ ਨੂੰ ਨਿੰਦਣ ਤਾਂ ਨਾ। ਕੌਮ ਨੇ ਸੰਘਰਸ਼ ਲੜਿਆ, ਹਜ਼ਾਰਾਂ ਸਾਡੇ ਨੌਜਵਾਨ ਮਾਰੇ ਗਏ ਨੇ, ਤੇ ਉਹ ਕਹਿੰਦੇ ਨੇ ਕਿ ਭਗਤ ਸਿੰਘ ਜਿਹੜਾ ਸੀ, ਜਿਹੜਾ ਆਜ਼ਾਦੀ ਤੋਂ ਪਹਿਲਾਂ ਸੰਘਰਸ਼ ਲੜਿਆ ਗਿਆ, ਉਹ ਵੀ ਇਸ ਤਰ੍ਹਾਂ ਦਾ ਹੀ ਸੰਘਰਸ਼ ਸੀ। ਉਸ ਸੰਘਰਸ਼ ਦੇ ਵਿੱਚ ਤੇ ਅੱਜ ਦੇ ਸੰਘਰਸ਼ ਦੇ ਵਿੱਚ ਸਿਰਫ ਫਰਕ ਇੰਨਾ ਹੈ ਕਿ ਅੱਜ ਅਸੀਂ ਆਜ਼ਾਦ ਭਾਰਤ ਦੇ ਵਿੱਚ ਲੜਿਆ, ਉਦੋਂ ਅਸੀਂ ਗੁਲਾਮੀ ਦੇ ਤੌਰ ਤੇ ਲੜ ਰਹੇ ਸੀ। ਭਗਤ ਸਿੰਘ ਨੂੰ ਆਪ ਦੀ ਕੌਮ ਦਾ ਹਿੱਸਾ ਸਮਝਦੇ? ਬਿਲਕੁਲ, ਸਾਡੇ ਉਹ ਬੜੇ ਮਹਾਨ ਸ਼ਹੀਦ ਨੇ ਔਰ ਅਸੀਂ ਉਹਨਾਂ ਨੂੰ ਸ਼ਹੀਦੇ ਆਜ਼ਮ ਕਹਿੰਦੇ ਆ ਔਰ ਉਹਨਾਂ ਦਾ ਸਤਿਕਾਰ ਕਰਦੇ। ਤੇ ਮੈਂ ਮਾਫੀ ਵੀ ਮੰਗਦਾ ਸ਼ਹੀਦ ਭਗਤ ਸਿੰਘ ਦੇ ਪੈਰੋਕਾਰਾਂ ਤੋਂ। ਕਈ ਸਿਰ ਫਿਰੇ ਜਿਹੜੇ ਆ ਉਹ ਅੱਜ ਦਸਤਾਰ ਨੂੰ
ਲੈ ਕੇ ਉਹ ਕਹਿੰਦੇ ਨੇ ਕਿ ਮਾਨ ਸਾਹਿਬ ਦੀ ਅਸੀਂ ਦਸਤਾਰ ਲਾਵਾਂਗੇ। ਮੈਂ ਉਹਨਾਂ ਨੂੰ ਲਾਹਣਤਾਂ ਪਾਉਣੀਆਂ ਚਾਹਣਾ ਕਿ ਤੁਸੀਂ ਮਾਨ ਸਾਹਿਬ ਦੀ ਦਸਤਾਰ ਵੱਲ ਵੇਖ ਵੀ ਨਹੀਂ ਸਕਦੇ। ਦਸਮ ਪਿਤਾ ਦੀ ਦਸਤਾਰ ਹੈ, ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਦਸਤਾਰ ਨਹੀਂ ਹੈਗੀ। ਲੇਕਿਨ ਮਾਨ ਸਾਹਿਬ ਇਸ ਪੱਧਰ ਤੇ ਬਿਆਨਬਾਜ਼ੀ ਨਾ ਕਰਦੇ। ਅੱਜ ਇਹੋ ਜਿਹੇ ਕੁੱਤੇ ਲੋਕਾਂ ਨੂੰ ਇਹੋ ਜਿਹੀ ਬਿਆਨਬਾਜ਼ੀ ਨਾ ਕਰਨੀ ਪੈਂਦੀ। ਇਹ ਬਿਆਨਾਂ ਨੂੰ ਲੈ ਕੇ ਕੋਈ ਅਪੀਲ ਕਰਦੇ ਹੋ, ਮਾਫੀ ਮੰਗਣ ਜਾਂ ਕੀ? ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਮਾਨ ਸਾਹਿਬ ਆਪਣੇ ਬਿਆਨ ਦੇ ਵਿੱਚ ਸੁਧਾਰ ਕਰਨ। ਮਾਨ ਸਾਹਿਬ ਬੜੇ ਸਤਿਕਾਰਯੋਗ ਨੇ। ਜਿਵੇਂ ਉਹਨਾਂ ਨੇ ਆਪਣੇ ਪਹਿਲਾਂ ਨਾਨਾ ਨੂੰ ਗਦਾਰ ਕਿਹਾ ਸੀ, ਉਹਨਾਂ ਨੂੰ ਉਸੇ ਗੱਲ ਤੇ ਖੜੇ ਰਹਿਣਾ ਚਾਹੀਦਾ, ਕਿਉਂਕਿ ਕੋਈ ਵੀ ਗਲਤੀ ਕਰੇ, ਚਾਹੇ ਸਾਡਾ ਪਰਿਵਾਰਕ ਮੈਂਬਰ ਗਲਤੀ ਕਰਦਾ, ਚਾਹੇ ਅਸੀਂ ਆਪ ਕਰਦੇ ਹਾਂ, ਉਹਦੇ ਅਸੀਂ ਬਕਾਇਦਾ ਭੁਗਤ ਭੋਗੀ ਹੁੰਦੇ ਹਾਂ। ਤੇ ਇਹ ਤਾਂ ਕੌਮਾਂ ਦੇ ਉੱਤੇ ਦਾਗ ਲੱਗ ਜਾਂਦੇ ਆ। ਤੇ ਜੇ ਉਹ ਮਾਨ ਸਾਹਿਬ ਨੇ ਕਿਹਾ ਹੈ, ਮਾਨ ਸਾਹਿਬ ਨੂੰ ਮੇਰੀ ਨਿਮਰਤਾ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਬਿਆਨਾਂ ਦੇ ਉੱਤੇ ਮੁੜ ਵਿਚਾਰ ਕਰੋ ਔਰ ਬਿਆਨਾਂ ਨੂੰ ਵਾਪਸ ਲਓ। ਸਾਡੇ ਬਜ਼ੁਰਗੋ, ਅਸੀਂ ਨਹੀਂ ਕਹਾਂਗੇ ਤੁਸੀਂ ਮਾਫੀ ਮੰਗੋ, ਅਸੀਂ ਇਹ ਗੱਲ ਕਹਾਂਗੇ ਕਿ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂ ਕਰ ਰਹੇ ਹੋ। ਬਿਆਨਬਾਜ਼ੀ ਜਾਂ ਸ਼ਬਦਾਂ ਦੇ ਵਿੱਚ ਸੁਧਾਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ। ਪਰ ਜਦੋਂ ਅਸੀਂ ਸਿਮਰਜੀਤ ਸਿੰਘ ਮਾਨ ਦੇ ਬਿਆਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਬਿਆਨਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਭੁਚਾਲ ਲਿਆਂਦਾ ਹੋਇਆ। ਪਰ ਹੁਣ ਦੇਖਣਾ ਇਹ ਭੁਚਾਲ ਕਿੱਥੇ ਖੜੇਗਾ ਤੇ ਇਸ ਭੁਚਾਲ ਦਾ ਨਤੀਜਾ ਕੀ ਨਿਕਲੇਗਾ ਤਾਂ ਆਉਣ ਵਾਲਾ ਸਮਾਂ ਦੱਸੇਗਾ। ਮੈਂ ਸਰਕਾਰ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।